ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਕਜ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ। ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਬਿਗਨਨ। ਕੀ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਸੈਲਪਤੀ ਮਿਲ ਕਰ ਸਕਲ ਜਮੋ ਸੰਗ ਸਮੁਦਾਏ। ਸ਼੍ਰੀ ਕਲਗੀਧਰ ਕੇ ਨਿਕਟ ਆਏ ਉਰ ਹਰਿ ਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੈਲਪਤੀ ਮਿਲ ਕਰ ਸਕਲ ਚਮੋ ਸੰਗ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਕੱਲ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਵਾਲਸਰ ਦੇ ਮੇਲੇ 'ਚ ਪਹੁੰਚੇ ਤੇ ਉੱਥੇ ਹੀ ਬਹੁਤ ਸਾਰੇ ਜਿਹੜੇ ਪਹਾੜੀਏ ਰਾਜੇ ਹਨ ਉਹ ਵੀ ਪਹੁੰਚ ਗਏ। ਮੈਂ ਬੇਨਤੀ ਕਰਾਂਗਾ ਮਿਸਤਰੀਆਂ ਨੂੰ, ਭਾਈ ਘੰਟਾ ਕਥਾ ਚੱਲਣੀ ਹੈ, ਕਥਾ ਵਿੱਚ ਆ ਕੰਮ ਥੋੜ੍ਹਾ ਬੰਦ ਕਰ ਦਿਓ ਜਾਂ ਦੂਰ ਲੈ ਜਾਓ ਇਸ ਨੂੰ ਕਿਰਪਾ ਕਰਕੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਵਾਲਸਰ ਦੇ ਮੇਲੇ 'ਤੇ ਆਏ ਅਤੇ ਪਹਾੜੀ ਰਾਜੇ ਜਿਹੜੇ ਸਨ ਉਹ ਵੀ ਉੱਥੇ ਪਹੁੰਚ ਗਏ ਔਰ ਪਹਾੜੀ ਰਾਜਿਆਂ ਨੇ ਜਿਹੜਾ ਹੈ ਸਤਿਗੁਰਾਂ ਦੇ ਦਰਸ਼ਨਾਂ ਲਈ ਆਉਣਾ ਕੀਤਾ। ਪੰਮੇ ਪੰਡਤ ਨੇ ਉਹਨਾਂ ਨੂੰ ਬੁਲਾਉਣਾ ਕੀਤਾ ਹੈ। ਤਾਂ ਗੁਰੂ ਪਿਆਰਿਓ, ਇੱਧਰ ਸਤਿਗੁਰੂ ਪਾਤਸ਼ਾਹ ਜੀ ਵੀ ਸ਼ਾਹੀ ਠਾਠ ਦੇ ਨਾਲ ਰਵਾਲਸਰ ਪਹੁੰਚੇ ਹਨ ਔਰ ਸ਼ਾਹੀ ਠਾਠ ਦੇ ਨਾਲ ਦੀਵਾਨ ਸਜਾਇਆ ਗਿਆ ਖੁੱਲ੍ਹੇ ਥਾਂ ਦੇ ਵਿੱਚ। ਜੋ ਮਹਿੰਗਾ ਸ਼ਮਿਆਨਾ ਭਾਗ ਸਤਿਗੁਰਾਂ ਦੇ ਲਈ ਬਹੁਤ ਵੱਡਾ ਇੱਕ ਚੰਦੋਆ 2.5 ਲੱਖ ਦਾ ਬਣਿਆ ਸੀ, ਉਹ ਸਜਾਇਆ ਗਿਆ ਔਰ ਸ਼ਾਹੀ ਠਾਠ ਦੇ ਨਾਲ ਸਤਿਗੁਰ ਜੀ ਆ ਕੇ ਬਿਰਾਜਮਾਨ ਹੋ ਗਏ। ਫਿਰ ਪਹਾੜੀ ਰਾਜੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਦਰਸ਼ਨ ਕਰਨ ਲੱਗੇ। ਪਿਛਲੇ ਦਿਨਾਂ ਦੇ ਵਿੱਚ ਤਾਂ ਇਹਨਾਂ ਨੇ ਲਗਭਗ
ਜੰਗਾਂ ਦੇ ਵਿੱਚ ਹੀ ਦਰਸ਼ਨ ਕੀਤੇ ਸੀ। ਪਰ ਹੁਣ ਇਹਨਾਂ ਨੇ ਖੁੱਲ੍ਹੇ ਬੈਠ ਕੇ ਗੱਲਾਂ ਸੁਣਨੀਆਂ ਚਾਹੀਆਂ, ਵਿਚਾਰਾਂ ਸੁਣਨੀਆਂ ਚਾਹੀਆਂ। ਸਤਿਗੁਰ ਜੀ ਦੀ ਹਜ਼ੂਰੀ ਦੇ ਵਿੱਚ ਇਹ ਆ ਗਏ, ਆ ਕੇ ਮੱਥੇ ਟੇਕਦੇ ਆ, ਭੇਟਾਵਾਂ ਭੇਟ ਕਰਦੇ ਹਨ। ਆਓ ਇਹਨਾਂ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੈਲਪਤੀ ਮਿਲ ਕਰ ਸਕਲ ਚਮੁ ਸੰਗ ਸੁਮਦਾਈ। ਕਹਿਣ ਲੱਗੇ ਸਾਰੇ ਪਹਾੜੀਏ ਰਾਜੇ ਆਪਣੇ ਵਜ਼ੀਰਾਂ ਦੇ ਨਾਲ, ਆਪਣੇ ਮੰਤਰੀਆਂ ਦੇ ਨਾਲ, ਆਪਣੀ ਸੈਨਾ ਦੇ ਨਾਲ ਮਿਲ ਕਰਕੇ ਸਾਰੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਣ ਲੱਗੇ ਜੀ। ਸ੍ਰੀ ਕਲਗੀਧਰ ਕੇ ਨਿਕਟ ਆਏ ਉਰ ਹਰਿ ਖਾਏ। ਔਰ ਸਾਰਿਆਂ ਨੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਬਿਰਾਜਮਾਨ ਹਨ ਉੱਥੇ ਆ ਕੇ ਦਰਸ਼ਨ ਕੀਤੇ, ਖੁਸ਼ ਹੋਏ ਹਨ। ਨਿਜ ਨਿਜ ਭੇਟ ਅਗਾਰੀ ਧਰੇ, ਪਦ ਅਰਬਿੰਦ ਬੰਦਨਾ ਕਰੇ। ਔਰ ਆਪਣੀਆਂ ਲਿਆਂਦੀਆਂ ਹੋਈਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਣ ਲੱਗੇ ਹਨ। ਕੰਚਨ ਜੀਨ ਤੁਰੰਗ ਸ਼ਿੰਗਾਰੇ, ਖਰੇ ਕਰੇ ਸਤਿਗੁਰੂ ਅਗਾਰੇ। ਔਰ ਇਹ ਰਾਜੇ ਕੁਝ ਘੋੜੇ ਵੀ ਭੇਟ ਕਰਨ ਵਾਸਤੇ ਲਿਆਏ ਹਨ, ਕਾਠੀਆਂ ਦੇ ਨਾਲ ਸਜੇ ਹੋਏ ਸਤਿਗੁਰਾਂ ਦੇ ਸਾਹਮਣੇ ਖੜਾ ਦਿੱਤੇ ਜੀ। ਕਨਕ ਤੁਪ ਕਿਆਰ ਸਿਪਰ ਕਿਰਪਾਨ, ਦੇਸ਼ ਵਿਦੇਸ਼ਨ ਮੋਲ ਮਹਾਨ। ਧਨੁਖ ਬੰਦੂਖਾਂ ਸਿਪਰ ਕਹਿੰਦੇ ਆ ਢਾਲਾਂ ਨੂੰ, ਅਤੇ ਢਾਲਾਂ ਕਿਰਪਾਨਾਂ ਆਦਿ ਆਪੋ ਆਪਣੇ ਦੇਸ਼ਾਂ ਦੀਆਂ ਜਿਹੜੀਆਂ ਮਸ਼ਹੂਰ ਚੀਜ਼ਾਂ ਸਨ ਉਹ ਲਿਆ ਕੇ ਭੇਟ ਕਰਦੇ ਹਨ। ਖੜਗ ਸਿਪਰ ਸਪ ਅੰਗ ਲਗਾਏ, ਬੈਠੇ ਨਿਕਟ ਪ੍ਰਭੂ ਸਮੁਦਾਏ। ਔਰ ਦੂਜੇ ਪਾਸੇ ਗੁਰੂ ਕੀਆਂ ਫੌਜਾਂ, ਗੁਰੂ ਕੇ ਸਿੰਘ ਜਿਹੜੇ ਹਨ ਉਹ ਵੀ ਸਤਿਗੁਰਾਂ ਦੇ ਚਾਰ ਚੁਫੇਰੇ ਆਪਣੇ ਸ਼ਸਤਰ ਵਸਤਰ ਸਜਾ ਕੇ ਬੈਠੇ ਹਨ। ਔਰ ਇਹ ਜਿਹੜੇ ਰਾਜੇ ਹਨ ਇਹ ਵੀ ਆਪਣੇ ਸਰੀਰਾਂ ਦੇ ਉੱਪਰ ਸ਼ਸਤਰ ਆਦਿ ਧਾਰਨ ਕਰਕੇ ਆ ਬੈਠੇ ਜੀ। ਹੀਰ ਹੀਰ ਸੁੰਦਰ ਗੁਰ ਸੂਰਤ, ਮਾਨੋ ਦਿਪੇ ਕਾਮ ਕੀ ਮੂਰਤ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਪਵਿੱਤਰ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਖੁਸ਼ ਹੋਣ ਲੱਗੇ। ਮਨ ਨੂੰ ਮੋਹ ਲੈਣ ਵਾਲਾ ਸਰੂਪ ਜੰਗਾਂ ਦੇ ਵਿੱਚ ਇਹਨਾਂ ਨੇ ਕੇਵਲ ਦੁਸ਼ਮਣੀ ਦੇ ਰੂਪ 'ਚ ਹੀ ਦੇਖੇ ਆ, ਅੱਜ ਪ੍ਰੇਮ ਦੇ ਰੂਪ 'ਚ ਦੇਖ ਰਹੇ ਹਨ। ਤੇ ਉਹੀ ਸਤਿਗੁਰੂ ਇਹਨਾਂ ਨੂੰ ਕਿਤਨੇ ਸੁੰਦਰ ਜਾਪਦੇ ਹਨ। ਕੈ ਸਮੇਟ ਸੁੰਦਰਤਾ ਸਾਰੀ, ਧਰਿਓ ਸਰੀਰ ਆਨੰਦੁਤ ਭਾਰੀ। ਔਰ ਇਉਂ ਲੱਗਦਾ ਕਿ ਦੁਨੀਆ ਭਰ ਦੀ ਤਿੰਨਾਂ ਲੋਕਾਂ ਦੀ ਸੁੰਦਰਤਾ ਅੱਜ ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੋਂ ਹੀ ਦਿਖਾਈ ਦਿੰਦੀ ਹੈ। ਆਦ ਸੂਰਤਾ ਗੁਣ ਸਮੁਦਾਏ, ਇਕ ਥਲ ਮੇ ਬਿਦ ਰਚੇ ਟਿਕਾਏ। ਲੱਗਦਾ ਪਰਮੇਸ਼ਰ ਨੇ ਸਭ ਕੁਝ ਇੱਕੋ ਹੀ ਸਰੀਰ ਵਿੱਚ ਇਕੱਠਾ ਕਰ ਦਿੱਤਾ। ਜੇ ਸੁੰਦਰਤਾ ਦੀ ਗੱਲ ਕਰੀਏ ਤੇ ਉਹਨਾਂ ਵਰਗੇ ਸੋਹਣੇ ਕੋਈ ਨਹੀਂ, ਜੇ ਸੂਰਮਗਤੀ ਦੀ ਗੱਲ ਕਰੀਏ ਤੇ ਉਹਨਾਂ ਵਰਗਾ ਸੂਰਮਾ ਕੋਈ ਨਹੀਂ, ਜੇ ਵਿਦਵਾਨ ਦੀ ਗੱਲ ਕਰੀਏ ਤੇ ਉਹਨਾਂ ਵਰਗਾ ਵਿਦਵਾਨ ਕੋਈ ਨਹੀਂ। ਜੇ ਗੁਰੂ ਪਿਆਰਿਓ ਕਿੰਨੇ ਗੁਣ ਮੈਂ ਆਪ ਜੀ ਨੂੰ ਗਿਣਾਵਾਂ। ਅੰਮ੍ਰਿਤ ਦੇ ਦਾਤੇ ਔਰ ਸੰਸਾਰ ਨੂੰ ਸੁੱਖ ਦੇਣ ਵਾਲੇ, ਮੁਕਤੀ ਦੇ ਦਾਤੇ, ਹਰ ਪੱਖ ਤੋਂ ਮਾਨੋ ਬਹੁਤ ਸਾਰੇ ਗੁਣ ਪਰਮਾਸ਼ਰ ਨੇ, ਪਰਮਾਤਮਾ ਨੇ ਇਹਨਾਂ ਦੇ ਵਿੱਚ ਹੀ ਰੱਖ ਕੇ ਭੇਜ ਦਿੱਤਾ। ਜੇ ਇਹ ਵੀ ਕਹਿ ਦਈਏ ਕਿ ਖੁਦ ਹੀ ਪਰਮੇਸ਼ਰ ਹੈ, ਸਰਬ ਕਲਾ ਸਮਰੱਥ, ਇਹ ਵੀ ਕੋਈ ਅਤ ਕਥਨੀ ਨਹੀਂ ਹੈ। ਮਨੋ ਰੂਪ ਨਿਜ ਧਰਿਓ ਸਰੂਪਾ, ਇਸ ਪ੍ਰਕਾਰ ਪ੍ਰਭ ਦਿਪੇ ਅਨੂਪਾ। ਔਰ ਜੇ ਸਰੂਪ ਦੀ ਗੱਲ ਕਰੀਏ ਤੇ ਮਾਨੋ ਪਰਮੇਸ਼ਰ ਨੇ ਆਪ ਹੀ ਇਹ ਸੁੰਦਰ ਰੂਪ ਧਾਰ ਕੇ ਆਉਣਾ ਕੀਤਾ ਹੈ ਜੀ। ਇਸ ਛਿਨ ਛਿਨ ਜਿਨ ਦੇਖਣ ਕੀਨੈ, ਇਕ ਸਮ ਸਭ ਕੇ ਮਨ ਹਰ ਲੀਨੈ। ਔਰ ਉਸ ਵੇਲੇ ਜਿਨ੍ਹਾਂ ਨੇ ਸਤਿਗੁਰਾਂ ਦੇ ਸਾਹਮਣੇ ਆ ਕੇ ਦਰਸ਼ਨ ਕੀਤੇ ਉਹਨਾਂ ਦੇ ਮਨਾਂ ਨੂੰ ਮੋਹ ਲਿਆ, ਮਨ ਹਰ ਲਏ ਹਨ ਉਹਨਾਂ ਦੇ। ਨਿਰੰਕਾਲ ਕੀ ਚਾਹਤ ਚਿਤ ਮੈਂ, ਦਰਸ਼ਨ ਕਰਿਓ ਭਏ ਸਭ ਹਿਤ ਮੈਂ। ਬੜੇ ਲੰਬੇ ਸਮੇਂ ਤੋਂ ਬਾਅਦ ਅੱਜ ਇਹ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਨ, ਜਿਨ੍ਹਾਂ ਦੇ ਅੰਦਰ ਬੜੇ ਲੰਬੇ ਸਮੇਂ ਤੋਂ ਦਰਸ਼ਨਾਂ ਦੀ ਇੱਛਾ ਸੀ। ਜੰਗ ਦੇ ਮੈਦਾਨ ਵਿੱਚ ਤਾਂ ਸਤਿਗੁਰਾਂ ਦੇ ਨੇੜੇ ਨਹੀਂ ਆ ਸਕੇ,
ਪਰ ਅੱਜ ਪ੍ਰੇਮ ਦੇ ਨਾਲ ਮਿਲਣ ਖਾਤਰ ਆ ਗਏ ਹਨ। कुशल प्रश्न प्रभ सब को बूझे उत्तर दियो आनंद अरूजे। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਸਾਰਿਆਂ ਦੀ ਸੁਖ ਸੰਦ ਪੁੱਛੀ ਹੈ, ਉਹਨਾਂ ਦਾ ਹਾਲ ਚਾਲ ਪੁੱਛਿਆ ਔਰ ਸਾਰਿਆਂ ਨੇ ਆਨੰਦ ਵਿੱਚ ਡੁੱਬ ਕੇ ਕਿਹਾ ਜੀ ਬੜੀ ਖੁਸ਼ੀ ਹੈ ਤੁਹਾਡੇ ਦਰਸ਼ਨ ਕਰਕੇ। अपरिवारिता बहुत चलाई बचन सुनन को बहुल लचाई। ਔਰ ਹੋਰ ਬਹੁਤ ਸਾਰੀਆਂ ਵਿਚਾਰਾਂ ਵੀ ਚੱਲੀਆਂ, ਗੱਲਾਂ ਵੀ ਚੱਲੀਆਂ। ਇਹ ਲੰਬੇ ਸਮੇਂ ਤੋਂ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਤਾਂ ਰੱਖਦੇ ਸਨ, ਪਰ ਜਿਹੜਾ ਭੀਮ ਚੰਦ ਕਹਲੂਰੀਆ ਦੁਸ਼ਮਣੀ ਪਾ ਬੈਠਾ ਸੀ ਉਹਦੇ ਕਰਕੇ ਨੇੜੇ ਨਹੀਂ ਸੀ ਆ ਸਕਦੇ। ਪਰ ਅੱਜ ਇਹ ਆਪਣੀ ਉਹ ਇੱਛਾ ਪੂਰੀ ਕਰਦੇ ਹਨ। ਭੀਮ ਚੰਦ ਤੇ ਆਦਿਕ ਰਾਜੇ ਭੂਪ ਚੰਦ ਬਹੁ ਸੰਗ ਸਮਾਜੇ। ਇਸ ਤਰ੍ਹਾਂ ਭੀਮ ਚੰਦ ਅਤੇ ਹੋਰ ਸਾਰੇ ਰਾਜੇ ਪਹਾੜੀਏ ਜਿਹੜੇ ਹਨ, ਛੋਟੇ ਬੜੇ ਸੈਲਪਤ ਹੀਰੇ ਸੁਨ ਸੁਨ ਬਾਕ ਆਨੰਦ ਵਡੇਰੇ। ਔਰ ਹੋਰ ਵੀ ਛੋਟੇ ਵੱਡੇ ਪਹਾੜੀਏ ਲੋਕ ਜਿਨ੍ਹਾਂ ਵਿੱਚ ਵਜ਼ੀਰ ਮੰਤਰੀ ਆਦਿ ਹਨ, ਸਤਿਗੁਰਾਂ ਦੇ ਅੱਜ ਸਾਹਮਣੇੋਂ ਬੈਠ ਕੇ ਦਰਸ਼ਨ ਕਰਕੇ ਖੁਸ਼ ਹੋਏ ਜੀ। ਜਿਨੋ ਪ੍ਰਥਮ ਹੀ ਦਰਸ਼ਨ ਪਾਇਓ ਸੋ ਕਰ ਜੁਰਤ ਬਾਕਾ ਲਾਇਓ। ਔਰ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ, ਹੱਥ ਬੰਨ ਕੇ ਕੀ ਕਹਿੰਦੇ? ਸ੍ਰੀ ਸਤਿਗੁਰ ਕੇ ਗੁਣ ਜਿਮ ਸੁਨੇ ਕਹਿ ਤੋਤੇ ਜਿਮ ਸੁੰਦਰ ਭਾਣੇ। ਕਹਿੰਦੇ ਯਾਰ ਸੁਣਿਆ ਸੀਗਾ ਬਈ ਗੁਰੂ ਗੋਬਿੰਦ ਸਿੰਘ ਬੜੇ ਸੋਹਣੇ ਹਨ, ਜਿਵੇਂ ਲੋਕਾਂ ਨੇ ਦੱਸਿਆ ਸੀ ਅੱਜ ਅਸੀਂ ਦੇਖਿਆ ਹੈ। ਜਿਵੇਂ ਪਾਤਸ਼ਾਹ ਜੀ ਦਾ ਬਚਨ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ। ਜਿਹੋ ਜਿਹਾ ਸੁਣਦੇ ਸੀ ਨਾ ਅੱਜ ਅਸੀਂ ਦਰਸ਼ਨ ਵੀ ਕਰ ਲਏ ਹਨ। ਇਸੇ ਰੀਤ ਕੇ ਆਜ ਨਿਹਾਰੇ ਦਰਸ਼ਨ ਸਫਲੇ ਜਨਮ ਹਮਾਰੇ। ਜਿਹੋ ਜੇ ਸੁਣਦੇ ਸੀ ਅੱਜ ਉਹੇ ਜੇ ਦਰਸ਼ਨ ਹੋ ਗਏ ਤੇ ਸਾਡਾ ਜੀਵਨ ਮਾਨੋ ਕਹਿੰਦੇ ਸਫਲਾ ਹੋਇਆ ਹੈ ਜੀ। ਰਾਜਪੂਤ ਅਰ ਸਭ ਗਿਰਪਾਲ ਕਹਿ ਸਕਲ ਹਮ ਭਏ ਨਿਹਾਲ। ਔਰ ਸਾਰੇ ਪਹਾੜੀਏ ਰਾਜੇ ਤੇ ਰਾਜਪੂਤ ਆਦਿ ਜਿਹੜੇ ਇਹਨਾਂ ਦੇ ਵਜ਼ੀਰ ਮੰਤਰੀ ਹੈ, ਇਹ ਸਾਰੇ ਅੱਜ ਦਰਸ਼ਨ ਕਰਕੇ ਕਹਿੰਦੇ ਹਨ ਕਿ ਅਸੀਂ ਨਿਹਾਲ ਹੋ ਗਏ ਜੀ। ਸ੍ਰੀ ਨਾਨਕ ਕੋ ਤਖਤ ਸੁਹਾਇਓ ਤੀਨ ਲੋਕ ਪਤ ਤਨ ਤਰ ਆਇਓ। ਔਰ ਅੱਜ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਅੱਜ ਜਿਹੜੀ ਹੈ ਗੁਰੂ ਪਿਆਰੋ ਅਹਿਮੀਅਤ ਦਾ ਪਤਾ ਲੱਗਿਆ। ਔਰ ਉਹ ਕੀ ਕਹਿੰਦੇ ਨੇ ਕਿ ਐਂ ਲੱਗਦਾ ਤਿੰਨਾਂ ਲੋਕਾਂ ਦਾ ਮਾਲਕ ਜਿਵੇਂ ਪਰਮੇਸ਼ਰ ਹੀ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੈ। ਬਹੁਤ ਸਮੇਂ ਲਗ ਬੈਠ ਰਹੇ ਉਠ ਗਮਨੇ ਕੋਈ ਨਾ ਚਿਤ ਚਾਹੇ। ਕਾਫੀ ਲੰਬਾ ਸਮਾਂ ਇਹਨਾਂ ਨੇ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਵਿਚਾਰਾਂ ਕੀਤੀਆਂ, ਗੱਲਾਂ ਬਾਤਾਂ ਚੱਲੀਆਂ। ਭਾਵੇਂ ਜਾਣ ਨੂੰ ਜੀ ਤਾਂ ਨਹੀਂ ਸੀ ਕਰਦਾ, ਪਰ ਅਖੀਰ ਸਭਾ ਸਮਾਪਤ ਹੋਈ ਜੀ। ਦੇਖਨ ਕੋ ਲਾਲਚ ਅਨੁਰਾਗੇ ਬਾਕ ਸੁਣਨ ਹਿਤ ਬਾਤਨ ਲਾਗੇ। ਕਿਉਂਕਿ ਇਹਨਾਂ ਦਾ ਮਨ ਮੋਹ ਲਿਆ ਸਤਿਗੁਰਾਂ ਨੇ, ਇਹਨਾਂ ਦਾ ਜੀ ਨਹੀਂ ਸੀ ਕਰਦਾ ਹਜੇ ਜਾਣ ਨੂੰ। ਦਰਸ਼ਨਾਂ ਦੀ ਇੱਛਾ ਹਜੇ ਪੂਰੀ ਨਹੀਂ ਹੋਈ ਔਰ ਗੱਲਾਂ ਸੁਣ ਕੇ ਵੀ, ਵਿਚਾਰਾਂ ਸੁਣ ਕੇ ਵੀ ਰੱਜੇ ਨਹੀਂ ਸੀ। ਬਾਰ ਬਾਰ ਗੁਰ ਕੋ ਜਸ ਕਹੈ ਹਮ ਰਾਵਰ ਕੇ ਸਿੱਖੀ ਆਹੈ। ਔਰ ਗੱਲਾਂ ਦੇ ਵਿੱਚ ਬਾਰ-ਬਾਰ ਇਹ ਵੀ ਕਹਿ ਦਿੰਦੇ ਹਨ ਕਿ ਅਸੀਂ ਵੀ ਤੁਹਾਡੇ ਸਿੱਖ ਹੀ ਹਾਂ ਜੀ, ਸਾਨੂੰ ਵੀ ਆਪਣੇ ਸਮਝੋ। ਕਰਨਾ ਕਰਤ ਰਹੋ ਲਖਦਾਸ ਤੁਮ ਦਰਸ਼ਨ ਤੇ ਨਹਿ ਜਿਮ ਪਾਸ। ਸੁਣਿਆ ਹੈ ਕਿ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰ ਲਏ ਉਹਨਾਂ ਤਾਂ ਨੇੜੇ ਜੰਮ ਵੀ ਨਹੀਂ ਆਉਂਦੇਗੇ। ਇਸ ਕਰਕੇ ਸਾਡੇ ਤੇ ਕਿਰਪਾ ਬਣਾ ਕੇ ਸਾਨੂੰ ਆਪਣੇ ਦਾਸ ਜਾਣੋ ਜੀ। ਆਪਣੀ ਜਾਨ ਸਿਮਰਤੀ ਰਹੋ ਪੂਰਬ ਦੋਸ਼ ਨਹੀਂ ਅਬ ਲਹੋ। ਕਹਿੰਦੇ ਮਹਾਰਾਜ ਪਿਛਲੀਆਂ ਗੱਲਾਂ ਭੁਲਾ ਦਿਓ ਕਿਰਪਾ ਕਰਕੇ ਦਿਲ ਚੋਂ, ਜਿਹੜੀਆਂ ਆਪਣੀਆਂ ਲੜਾਈਆਂ ਹੋਈਆਂ ਪਹਿਲਾਂ ਪੌਂਟਾ ਸਾਹਿਬ ਦੀ ਜੰਗ, ਭੰਗਾਣੀ ਦੀ ਜੰਗ ਜਾਂ ਹੋਰ ਜੰਗਾਂ ਜਿਹੜੀਆਂ ਹੋਈਆਂ, ਕਹਿੰਦੇ ਉਹਨਾਂ ਜੰਗਾਂ ਨੂੰ ਭੁਲਾ ਕੇ ਦਿਮਾਗ ਵਿੱਚੋਂ, ਦਿਲ ਵਿੱਚੋਂ ਕੱਢ ਦਿਓ ਅਤੇ ਅਗਾਹਾਂ ਤੋਂ ਸਾਨੂੰ ਯਾਦ ਰੱਖਿਓ ਮਹਾਰਾਜ। ਹਮ ਹੈ ਅਲਪ ਬਿਗਾਰਨ ਹਾਰੇ ਤੁਮ ਸਮਰੱਥ ਹੋ ਬਖਸ਼ਣ ਹਾਰੇ। ਤੇ ਨਾਲੇ ਕਹਿੰਦੀ ਅਸੀਂ ਛੋਟੀ ਮੱਤ ਹਾਂ, ਅਸੀਂ ਅਲਪ ਬੁੱਧੀ ਵਾਲੇ ਹਾਂ, ਅਸੀਂ ਤਾਂ ਵਿਗਾੜ ਲਈ ਮਹਾਰਾਜ, ਪਰ ਤੁਸੀਂ ਤਾਂ ਬਖਸ਼ਣ ਹਾਰੇ ਹੋ। ਅਸੀਂ ਸੁਣਿਆ ਇਹ ਕਿਰਪਾ ਕਰਕੇ ਮਾਫ ਕਰ ਦਿਓ ਜਿਹੜੀਆਂ ਸਾਥੋਂ ਪਹਿਲਾਂ ਕਹਿੰਦੇ ਗਲਤੀਆਂ ਹੋ ਗਈਆਂ। ਇਤਿ ਆਦਿਕ ਕਹਿ ਬਿਨੇ ਕਨੇਰੀ ਨੀਠ ਨੀਠ ਉਠ ਕਰਤ ਸਵੇਰੀ। ਇਸ ਤਰ੍ਹਾਂ ਕਾਫੀ ਸਮਾਂ ਬੇਨਤੀਆਂ ਵੀ ਕਰਦੇ ਰਹੇ, ਵਿਚਾਰਾਂ ਵੀ ਸੁਣਦੇ ਰਹੇ ਤੇ ਫਿਰ ਸਤਿਗੁਰਾਂ ਨੇ ਦੀਵਾਨ ਦੀ ਸਮਾਪਤੀ ਕਰ ਦਿੱਤੀ।
ਔਰ ਉੱਠ ਕੇ ਜਾਣ ਲੱਗੇ ਜੀ। ਕਰ ਕਰ ਨਮੋ ਜਨਾਏ ਸਨੇਹੋ ਗਮਨੇ ਡੇਰਨ ਵਿਖੇ ਅਛੇਹੋ। ਔਰ ਬਾਰ-ਬਾਰ ਨਮਸਕਾਰਾਂ ਕਰਦੇ ਹੋਏ ਸਤਿਗੁਰਾਂ ਨੂੰ ਇਹ ਅਨੁਭਵ ਕਰਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਪੁਨ ਸਗਰੇ ਰਾਜਨ ਕੀ ਰਾਨੀ ਦਰਸ਼ਨ ਕੋ ਚਿਤ ਚਹਿਤ ਮਹਾਨੀ। ਜਦੋਂ ਇਹ ਸਾਰੇ ਰਾਜੇ ਇੱਥੋਂ ਦਰਸ਼ਨ ਕਰਕੇ ਚਲੇ ਗਏ ਤੇ ਇਹਨਾਂ ਦੇ ਪਰਿਵਾਰ ਵੀ ਨਾਲ ਆਏ ਸੀ, ਰਾਣੀਆਂ ਵੀ। ਉਹ ਰਜਵਾੜੀਆਂ ਰਾਣੀਆਂ ਕਹਿਣ ਲੱਗੀਆਂ, ਰਣਵਾਸ ਦੇ ਵਿੱਚ ਜੋ ਬੈਠੀਆਂ ਤੰਬੂਆਂ 'ਚ ਬੈਠੀਆਂ, ਕਹਿੰਦੀਆਂ ਅਸੀਂ ਵੀ ਦਰਸ਼ਨ ਕਰਨੇ ਹਨ, ਸਾਨੂੰ ਵੀ ਦਰਸ਼ਨ ਕਰਾਓ। ਜਦੋਂ ਸਤਿਗੁਰਾਂ ਦੀ ਜਾ ਕੇ ਰਾਜੇ ਆਪਣੀਆਂ ਰਾਣੀਆਂ ਕੋਲੇ ਸਿਫਤਾਂ ਕਰਦੇ ਆ, ਮਹਿਮਾ ਕਰਦੇ ਆ। ਬੋਝ ਬੋਝ ਰਾਜਨ ਕੇ ਸੰਗਾ ਆਏ ਦੇਖਨ ਧਰੇ ਉਮੰਗਾ। ਉਹਨੋਂ ਰਾਣੀਆਂ ਵੀ ਰਾਜਿਆਂ ਤੋਂ ਆਗਿਆ ਲੈ ਕੇ ਪੁੱਛ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਉਮੰਗ ਇੱਛਾ ਲੈ ਕੇ ਦਰਸ਼ਨਾਂ ਲਈ ਆਉਣ ਲੱਗੀਆਂ ਜੀ। ਪ੍ਰਤਕ ਪ੍ਰਤਕ ਨਿਜ ਧਰਿ ਉਪਾਇਨਾ ਪਰਸੇ ਆਨ ਕਮਲ ਸਮ ਪਾਇਨਾ। ਔਰ ਇਹਨਾਂ ਰਾਣੀਆਂ ਨੇ ਵੀ ਸਤਿਗੁਰਾਂ ਦੇ ਕੋਲ ਆ ਕੇ ਦਰਸ਼ਨ ਕੀਤੇ, ਚਰਨਾਂ ਵਿੱਚ ਆਪਣੀਆਂ ਭੇਟਾਵਾਂ ਰੱਖੀਆਂ ਵਾਰ-ਵਾਰ ਅਤੇ ਚਰਨਾਂ ਤੇ ਮੱਥਾ ਟੇਕਦੇ ਹਨ। ਪੂਰਨ ਚੰਦ ਬਦਨ ਕੀ ਓਰਾ ਸਭ ਰਾਨੀ ਦ੍ਰਿਗ ਕੀਨ ਚਕੋਰਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁੰਦਰ ਸਰੂਪ ਨੂੰ ਦੇਖ ਕਰਕੇ ਮਾਨੋ ਰਾਣੀਆਂ ਦੇ ਨੇਤਰ ਵੀ ਚਕੋਰ ਦੀ ਨਿਆਈ ਸਰੂਪ ਤੇ ਲੱਗ ਗਏ। ਮਨਮੋਹਨ ਵੀ ਪਰਮੇਸ਼ਰ ਦਾ ਇੱਕ ਨਾਮ ਹੈ, ਮਨ ਨੂੰ ਮੋਹ ਲੈਣ ਵਾਲਾ। ਇਸ ਕਰਕੇ ਰਾਣੀਆਂ ਦੇ ਮਨ ਨੂੰ ਵੀ ਸਤਿਗੁਰਾਂ ਦੇ ਸੁੰਦਰਤਾ ਨੇ ਮੋਹ ਲਿਆ ਹੈ ਔਰ ਵਾਰ-ਵਾਰ ਦੇਖਣ ਲੱਗੀਆਂ ਜੀ। ਗੁਰ ਸਰੂਪ ਸੂਰਜ ਸੰਪਾਸੇ ਕਮਲ ਬਿਲੋਚਨ ਸਭਨ ਵਿਕਾਸੇ। ਔਰ ਸਤਿਗੁਰਾਂ ਦਾ ਸੁੰਦਰ ਸਰੂਪ ਸੂਰਜ ਦੀ ਨਿਆਈ ਚਮਕਦਾ ਜਲੌ ਹੈ ਚਿਹਰੇ ਤੇ, ਜਿਸ ਨੂੰ ਦੇਖ ਕੇ ਸਾਰਿਆਂ ਦੇ ਰਾਣੀਆਂ ਦੇ ਵੀ ਕਮਲ ਨੈਣ ਭਾਵ ਨੈਣ ਖਿੜ ਗਏ, ਭਾਵ ਅੰਦਰ ਖੁਸ਼ੀ ਪ੍ਰਗਟ ਹੋਈ ਹੈ। ਇੱਕ ਬਾਰ ਤਨ ਕੀ ਸੁਧ ਭੂਲੇ ਪਿਕ ਸਰੂਪ ਸਭ ਰਾਨਣ ਝੂਲੇ। ਇੱਕ ਵਾਰੀ ਤਾਂ ਦਰਸ਼ਨ ਕਰਕੇ ਇਹਨਾਂ ਨੂੰ ਕਹਿੰਦੇ ਸਮਾਂ ਵੀ ਭੁੱਲ ਗਿਆ, ਸੁਧ ਬੁੱਧ ਵੀ ਭੁੱਲ ਗਈ। ਕਹੇ ਪਰਸ ਪਰ ਹੈ ਅਲਜਾਨ ਸੁੰਦਰ ਕ੍ਰਿਸ਼ਨ ਸੁਨਿਓ ਹਮ ਕਾਨ। ਔਰ ਇੱਕ ਦੂਜੀ ਨੂੰ ਕਹਿੰਦੀਆਂ, ਕੁੜੇ ਭੈਣੇ ਕ੍ਰਿਸ਼ਨ ਦੇ ਬਾਰੇ ਸੁਣਿਆ ਸੀਗਾ, ਬੜਾ ਸੋਹਣਾ ਸੀਗਾ ਔਰ ਮਥਰਾ ਬਿੰਦਰਾ ਬਣਦੀਆਂ ਬੇਅੰਤ ਗੋਪੀਆਂ ਗੋਪੇ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਅੱਜ ਜਿਨ ਕੋ ਪਿਖ ਬਿਰਮੇ ਨਰ ਨਾਰੀ बीच ਪੁਰਾਨਨ ਕਥਾ ਉਚਾਰੇ। ਜਿਨ੍ਹਾਂ ਦੇ ਬਾਰੇ ਕਥਾ ਸੁਣੀ ਹੈ ਵੇਦਾਂ ਪੁਰਾਣਾ, ਜੋ ਕਹਿੰਦੇ ਕ੍ਰਿਸ਼ਨ ਜੀ ਬੜੇ ਸੁੰਦਰ ਸਨ। ਸੋਇਨ ਸਮ ਹੈ ਗੋਹ ਕੇ ਨਾਹਿਨਾ ਕਾਮ ਕਹਾ ਸਮ ਤਨ ਪਾਦਾਹਨ। ਔਰ ਇਹਨਾਂ ਵਰਗੇ ਹੀ ਸੁੰਦਰ ਹੋਣਗੇ ਜਿੰਨੇ ਇਹ ਸੋਹਣੇ ਹਨ, ਇਦੋਂ ਤਾਂ ਵੱਧ ਨਹੀਂ ਹੋਣੇ। ਭਾਵ ਕ੍ਰਿਸ਼ਨ ਜੀ ਤੋਂ ਵੀ ਇਹ ਸੋਹਣੇ ਲੱਗ ਰਹੇ ਹਨ, ਸੁਣਿਆ ਸੀ ਅੱਜ ਵੇਖ ਰਹੀਆਂ। ਲਾਜ ਜਹਾਜ ਨਹਿਨ ਅਨਿਆਰੇ ਖੰਜਨ ਕੰਜਨ ਕੌਣ ਵਿਚਾਰੇ। ਔਰ ਗੁਰੂ ਪਿਆਰਿਓ ਇਹ ਗੱਲਾਂ ਕਰਦੀਆਂ ਆਪਸ ਵਿੱਚ, ਇਹਨਾਂ ਦੇ ਨੇਤਰ ਕਿਤਨੇ ਸੋਹਣੇ ਹਨ, ਖੰਜਰ ਦੀ ਨਿਆਈ ਸਭ ਨੂੰ ਬਿਨ ਦੇਣ ਵਾਲੇ। ਧਨ ਤ੍ਰਿਆ ਬੜ ਭਾਗੀ ਸੋਏ ਇਨ ਸੋ ਹਸ ਬੋਲਤ ਹੈ ਜੋਏ। ਔਰ ਧਨ ਹੈ ਉਹ ਇਸਤਰੀਆਂ ਭਾਵ ਸਤਿਗੁਰਾਂ ਦੇ ਮਹਿਲ। ਮਾਤਾ ਸੁੰਦਰ ਕੌਰ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ ਜੀ, ਉਹ ਵੀ ਧਨ ਹਨ ਜੋ ਇਹਨਾਂ ਨਾਲ ਬੈਠ ਕੇ ਵਿਚਾਰਾਂ ਕਰਦੀਆਂ ਹੋਣਗੀਆਂ ਹੱਸ ਕੇ। ਸੁਣ ਤਰਹਿ ਹਮ ਸਦ ਹੀ ਸ਼੍ਰੋਨਾ ਗੁਰ ਸਮ ਰੂਪ ਨਹੀਂ ਕਿਤ ਲੋਨਾ। ਔਰ ਰਾਜਿਆਂ ਦੇ ਦਰਬਾਰ ਵਿੱਚ ਵੀ ਗੱਲਾਂ ਕਰਦੇ ਹੋਣਗੇ, ਇਹਨਾਂ ਦੇ ਵਜ਼ੀਰ ਮੰਤਰੀ ਜਾਂ ਇਹਨਾਂ ਦੀਆਂ ਨੌਕਰਾਣੀਆਂ ਨੌਕਰ ਆਦਿ ਵੀ ਗੁਰੂ ਗੋਬਿੰਦ ਸਿੰਘ ਬੜੇ ਸੋਹਣੇ ਆ, ਆਪਸ ਵਿੱਚ ਅੱਜ ਗੱਲਾਂ ਕਰਦੀਆਂ ਸੁਣਦੀਆਂ ਤਾਂ ਹੁੰਦੀਆਂ ਸੀ ਬਈ ਸਿੱਖਾਂ ਦਾ ਗੁਰੂ 10ਵਾਂ ਪਾਤਸ਼ਾਹ ਬੜਾ ਹੀ ਸੁੰਦਰ ਹੈ। ਰਹੀ ਸਿਹਾਤ ਹਿਰਨ ਕਰਨਾ ਵੱਡੇ ਭਾਗ ਕੇ ਅੱਜ ਨਿਹਾਰਨਾ। ਮਰੇ ਮਨ ਤੋਂ ਸਾਡੇ ਅੰਦਰ ਸਿੱਖ ਸੀ, ਇੱਛਾ ਸੀ ਬਈ ਕਿੰਨੇ ਕੁ ਸੋਹਣੇ ਹੋਣਗੇ, ਭਲਾ ਦਰਸ਼ਨ ਤਾਂ ਕਰੀਏ। ਅੱਜ ਵੱਡੇ ਭਾਗ ਹਨ ਜੋ ਸਤਿਗੁਰਾਂ ਦੇ ਸੁੰਦਰਤਾ ਦੇ ਸਰੂਪ ਦੇ ਦਰਸ਼ਨ ਹੋ ਗਏ ਜੀ। ਗੁਰ ਸਰੂਪ ਬੜ ਜਾਲ ਫਸੀ ਹੈ ਮ੍ਰਿਗੀ ਸਮਾਨ ਨਹੀਂ ਨਿਕਸੀ ਹੈ। ਔਰ ਇਹਨਾਂ ਦੀ ਸੁਰਤ ਜਿਹੜੀ ਹੈ ਗੁਰੂ ਦੇ ਚਰਨਾਂ ਵਿੱਚ ਸੁੰਦਰਤਾ ਵਿੱਚ ਆਏ ਫਸ ਗਈ, ਜਿਵੇਂ ਮਿਰਗੀ ਜਾਲ 'ਚ ਫਸ ਕੇ ਨਿਕਲ ਨਾ ਸਕੇ। ਭਾਵ
ਇਹ ਵੀ ਮੋਹੀਆਂ ਗਈਆਂ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ। ਇਕ ਤੱਕ ਦੇਖ ਨਾ ਪਲਕ ਮਿਲਾਵੈ, ਹੇ ਸਖ ਕਹਾ ਦਰਸ ਪੁਨ ਪਾਵੈ। ਔਰ ਹੇ ਸਖੀ ਇੱਕ ਦੂਜੀ ਨੂੰ ਕਹਿੰਦੀਆਂ ਕੋਲੇ ਭੈਣੇ ਇਤਨੇ ਸੁੰਦਰ ਔਰ ਦੇਖਦੀਆਂ ਤੇ ਅੱਖਾਂ ਝਮਕਣੀਆਂ ਵੀ ਭੁੱਲ ਜਾਂਦੀਆਂ ਹਨ। ਭਏ ਬੇਬਸ ਠਹਿਰੀ ਚਿਰਕਾਲ, ਤਿਨ ਮੈਂ ਹੁਤੀ ਜੇ ਬਿਰਦਾ ਬਾਲ। ਔਰ ਗੁਰੂ ਪਿਆਰਿਓ ਉਹਨਾਂ ਦੇ ਵਿੱਚ ਜਿਤਨੀਆਂ ਵੀ ਛੋਟੀਆਂ ਜੀਆਂ ਵੱਡੀਆਂ ਜੋ ਬੀਬੀਆਂ ਸਨ, ਇਸਤਰੀਆਂ ਸਨ, ਉਹਨਾਂ ਸਭ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਦ ਕੀਤਾ ਹੈ। ਸਭ ਰਾਨਣ ਕੇ ਮਨ ਕੀ ਜਾਨ, ਉਠੇ ਗੁਰੂ ਪਗ ਬੰਧਨ ਠਾਨ। ਔਰ ਅਖੀਰ ਇਹਨਾਂ ਨੂੰ ਵੀ ਜਾਣਾ ਪਿਆ। ਸਮਾਂ ਬਤੀਤ ਹੋਇਆ, ਅਖੀਰ ਇਹਨਾਂ ਨੇ ਵੀ ਸੋਚਿਆ ਕਿ ਰਾਜੇ ਉਡੀਕਦੇ ਹੋਣਗੇ। ਆਪਣੇ ਰਾਜਿਆਂ ਦੀ ਮਨ ਦੀ ਗੱਲ ਜਾਣ ਕੇ ਇਹਨਾਂ ਨੇ ਵੀ ਜਾਣਾ ਕੀਤਾ ਹੈ ਜੀ। ਨੀਠ ਨੀਠ ਉਠ ਗਵਣੀ ਸਾਰੇ, ਬੰਦੀ ਲਾਜ ਸੁਕਚ ਤੇ ਨਾਰੇ। ਕਹਿੰਦੇ ਭਾਵੇਂ ਜਾਣ ਨੂੰ ਜੀ ਨਹੀਂ ਕਰਦਾ ਪਰ ਜਾਣਾ ਪਿਆ। ਮਸਾ ਮਸਾ ਉੱਠ ਕੇ ਤੁਰੀਆਂ ਹਨ ਸਤਿਗੁਰਾਂ ਦੇ ਚਰਨਾਂ ਚੋਂ। ਜਬ ਸਭ ਗਏ ਕਤਤ ਗੁਣ ਗਨ ਕੋ, ਚਲੀ ਹਾਰ ਕਰ ਜਨ ਨਿਜ ਮਨ ਕੋ। ਔਰ ਚਲੀਆਂ ਤਾਂ ਗਈਆਂ ਉੱਠ ਕੇ ਸਰੀਰ ਕਰਕੇ ਰਾਣੀਆਂ, ਪਰ ਲੱਗਦਾ ਇਹਨਾਂ ਦਾ ਮਨ ਇੱਥੇ ਹੀ ਰੱਖ ਲਿਆ ਗੁਰੂ ਨੇ। ਭਾਵ ਇਹਨਾਂ ਦਾ ਧਿਆਨ ਹਜੇ ਵੀ ਗੁਰੂ ਦੇ ਸਰੂਪ ਦੇ ਵਿੱਚ ਹੈ, ਗੁਰੂ ਦੇ ਚਰਨਾਂ ਵਿੱਚ ਹੈ, ਹਜੇ ਵੀ ਇਹਨਾਂ ਦਾ ਧਿਆਨ ਪਿੱਛੇ ਹੈ। ਸੈਲਪਤੀ ਚੰਬਿਆਲ ਕੁਮਾਰੀ, ਨਹਿ ਬਿਆਹੀ ਸੋਹਤੀ ਕੁਮਾਰੀ। ਔਰ ਪਹਾੜੀ ਰਾਜੇ ਚੰਬੇ ਦੀ ਇੱਕ ਰਾਜਕੁਮਾਰੀ ਜੋ ਵਿਆਹੀ ਨਹੀਂ ਸੀ। ਹੋਤੀ ਚਿਤਰਨੇ ਚਿਤਰ ਸਰੂਪਾ, ਕਵਿਤਾ ਕਰਤੀ ਗੁਣਨ ਅਨੂਪਾ। ਉਹ ਵੀ ਆਪਣੇ ਜਣੇ ਬੜੀ ਸੁੰਦਰ ਸੀ ਔਰ ਉਸ ਨੂੰ ਪਰਮੇਸ਼ਰ ਨੇ ਕਵਿਤਾ ਬਣਾਉਣ ਦਾ ਗੁਣ ਬਖਸ਼ਿਆ ਸੀ। ਆ ਗੀਤ ਲਿਖਣੇ, ਕਵਿਤਾਵਾਂ ਲਿਖਣੀਆਂ, ਇਹ ਵੀ ਜਿਹਨੂੰ ਪਰਮੇਸ਼ਰ ਗੁਣ ਦਿੰਦਾ ਨਾ ਉਹਦੇ ਵਿੱਚ ਹੀ ਆਉਂਦਾ ਅੱਖਰਾਂ ਦਾ ਜੋੜ ਤੋੜ ਕਰਨਾ। ਇਸੇ ਤਰ੍ਹਾਂ ਕਹਿੰਦੇ ਉਸ ਲੜਕੀ ਨੂੰ ਜਿਹੜਾ ਹੈ ਕਵਿਤਾਵਾਂ ਰਚਣ ਦਾ ਪਰਮੇਸ਼ਰ ਨੇ ਕਿਰਪਾ ਕੀਤੀ ਸੀ। ਸੁਣਤ ਹੋਤੀ ਗੁਰ ਰਚੀ ਸੁਬਾਨੀ, ਛੰਦ ਸਵਈਏ ਆਦ ਮਹਾਨੀ। ਔਰ ਇਹਨੇ ਇਹ ਵੀ ਸੁਣਿਆ ਸੀ ਕਿ ਗੁਰੂ ਸਾਹਿਬ ਜੀ ਵੀ ਬਾਣੀ ਰਚਦੇ ਹਨ, ਛੰਦਾਂ ਦੇ ਵਿੱਚ, ਸਵਈਆਂ ਦੇ ਵਿੱਚ। ਪੜ ਪੜ ਹਰਕਤ ਹਿਰਦੇ ਕਨੇਰੀ, ਰਸ ਸ਼ਿੰਗਾਰ ਅਦਕ ਜਹੇਰੀ। ਔਰ ਇਸ ਨੇ ਗੁਰੂ ਸਾਹਿਬ ਜੀ ਦੀ ਬਾਣੀ ਵੀ ਪੜ੍ਹੀ ਹੈ। ਦਸਮ ਗ੍ਰੰਥ ਦੀ ਬਾਣੀ ਇਹਨੂੰ ਕਿਤੋਂ ਮਿਲ ਗਈ। ਗੁਰੂ ਦੇ ਉਚਾਰਨ ਕੀਤੇ ਹੋਏ ਬਚਨ ਜਿਨ੍ਹਾਂ ਦੇ ਵਿੱਚ ਬੜਾ ਹੀ ਰਸ ਭਰਿਆ ਹੋਇਆ ਹੈ। ਮਨ ਮੇ ਐਸੇ ਚਿਤਵਤ ਰਹੇ, ਬਾਣੀ ਰਸਵਤ ਗੁਰ ਬੋ ਕਹੇ। ਔਰ ਗੁਰੂ ਦੀ ਬਾਣੀ ਪੜ੍ਹ ਕੇ ਉਸ ਬੱਚੀ ਨੂੰ ਕਹਿੰਦੇ ਬੜਾ ਰਸ ਆਇਆ ਹੈ ਔਰ ਪੜ੍ਹ ਪੜ੍ਹ ਕੇ ਮਨ ਵਿੱਚ ਇਹ ਸੋਚਣਾ ਕਰਦੀ ਹੈ। ਨਹੀਂ ਬਰੀਕ ਕਰੇ ਰਸ ਕਨੋ, ਰੋਦ ਸ਼ਿੰਗਾਰ ਬਿਦਤ ਕਰ ਮਨੋ। ਔਰ ਗੁਰੂ ਪਿਆਰਿਓ ਕਹਿੰਦੇ ਉਸ ਨੇ, ਮੈਂ ਬੇਨਤੀ ਕਰਦਾ ਚੱਕਰੀ ਜੀ ਬੰਦ ਕਰ ਦਿਓ ਭਾਈ, ਕਥਾ ਦੇ ਵਿਗੜ ਪੈਂਦਾ। 10-15 ਮਿੰਟਾਂ ਦੀ ਗੱਲ ਆ। ਜਦੋਂ ਉਸ ਰਾਣੀ ਨੇ ਗੁਰੂ ਪਿਆਰਿਓ ਸਤਿਗੁਰਾਂ ਦੀ ਬਾਣੀ ਜਿਹੜੀ ਰਚੀ ਹੋਈ ਸਰਵਣ ਕੀਤੀ ਜਾਂ ਸੁਣੀ ਜਾਂ ਉਸਨੇ ਗਾਈ ਤੇ ਉਹ ਬੜੀ ਖੁਸ਼ ਹੋਈ। ਮੈਂ ਗੁਰੂ ਸਾਹਿਬ ਨੇ ਕੀਤਾ ਨਾ ਰਸਦਾਇਕ ਬਾਣੀ ਰਚਨੀ ਕੀਤੀ ਹੈ। ਆਦਿਕ ਸਨੇ ਸੰਗ ਸੋ ਪੜੇ, ਦਰਸ਼ ਕਰਨ ਕੀ ਬਾਛਾ ਬੜੇ। ਜਦੋਂ ਉਸ ਚੰਬੇ ਦੀ ਲੜਕੀ ਨੇ, ਰਾਜੇ ਦੀ ਲੜਕੀ ਨੇ ਕਹਿੰਦੇ ਉਹ ਸਤਿਗੁਰਾਂ ਦੀ ਬਾਣੀ ਪੜ੍ਹੀ ਤੇ ਉਹਦੇ ਮਨ ਵਿੱਚ ਵੀ ਦਰਸ਼ਨਾਂ ਦੀ ਇੱਛਾ ਜਾਗੀ ਹੈ। ਤਿਤ ਸੋ ਪੁੱਛ ਲਿਖੀ ਤਿਨ ਪਾਤੇ, ਨਿਜ ਅਧੀਨਤਾ ਕਰ ਬਹੁ ਪਾਤੇ। ਔਰ ਇਸ ਨੇ ਆਪਣੇ ਪਿਤਾ ਨੂੰ ਪੁੱਛ ਕਰਕੇ ਸਤਿਗੁਰਾਂ ਨੂੰ ਇੱਕ ਚਿੱਠੀ ਲਿਖਦੀ ਹੈ। ਸ੍ਰੀ ਸਤਿਗੁਰ ਕੀ ਬਹੁਤ ਬੜਾਏ, ਲਿਖ ਕਰ ਦਾਸੀ ਹੱਥ ਪਠਾਏ। ਔਰ ਚਿੱਠੀ ਦੇ ਵਿੱਚ ਉਸ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਸਿਫਤ ਲਿਖੀ ਹੈ ਔਰ ਇੱਕ ਸੇਵਕਾ ਦੇ ਹੱਥ ਦੇ ਕੇ ਉਹ ਚਿੱਠੀ ਸਤਿਗੁਰਾਂ ਵੱਲ ਭੇਜ ਦਿੱਤੇ ਜੇ। ਆਨੰਦਈ ਸਭ ਕਹਿ ਕਰ ਗਾਥਾ, ਬਾਚੀ ਤਬੇ ਖੋਲ ਜਗਨਾਥਾ। ਔਰ ਉਸ ਦਾਸੀ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕਰਕੇ ਉਹ ਚਿੱਠੀ ਦੇਣੀ ਕੀਤੀ ਹੈ ਤੇ ਸੇਵਕ ਨੇ ਪੜ੍ਹ ਕੇ ਸੁਣਾਉਣੇ ਕੀਤੇ ਜੇ। ਬਚਨ ਸਾਰਾ ਪਾਉਣਾ, ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ। ਤੋ ਇਸ ਨੇ ਕੀ ਲਿਖਿਆ ਆਪਣੀ ਕਵਿਤਾ ਦੇ ਵਿੱਚ? ਵੀ ਮਹਾਰਾਜ ਇਹਦਾ ਜਵਾਬ ਦਿਓ। ਕੀ
ਸਾਰਾ ਸਾਰਾ ਪਾਉਣਾ ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਭਾਉਣਾ। ਕੁਛ ਖਾਦਾ ਕਛ ਲੈ ਕੇ ਸੌਣਾ, ਉੱਤਰ ਦਿਓ ਗੁਰੂ ਜੀ ਕੌਣਾ। ਕੁਝ ਖਾਦਾ ਤੇ ਕੁਝ ਲੈ ਕੇ ਸੌਣਾ ਬਚ ਗਿਆ। ਗੁਰੂ ਜੀ ਉੱਤਰ ਦਿਓ ਇਹਦਾ ਕੀ ਮਤਲਬ ਹੈ, ਉਹ ਕੌਣ ਸੀ? ਦੋਹਰਾ ਇਵ ਪਾਤੀ ਪੜ ਦੇਖ ਕੇ ਸਤਿਗੁਰ ਚਤੁਰ ਵਿਸਾਲ। ਸਤਿਗੁਰਾਂ ਨੇ ਉਸ ਬੱਚੀ ਦੀ ਇਹ ਗੱਲ ਪੜ੍ਹੀ ਜਾਂ ਸੁਣੀ ਤੇ ਸੋਚਣ ਲੱਗੇ ਬੜੀ ਤੇਜ਼ ਦਿਮਾਗ ਦੀ ਲੜਕੀ ਆ ਇਹ। ਕਾਗਦ ਪਰ ਉੱਤਰ ਲਿਖਿਓ ਪਠ ਦੀਨੋ ਤਤਕਾਲ। ਸਤਿਗੁਰਾਂ ਨੇ ਹੁਣ ਇਸ ਦਾ ਜਵਾਬ ਫਿਰ ਆਪਣੇ ਹਿਸਾਬ ਦੇ ਨਾਲ ਲਿਖ ਕੇ ਦੇਣਾ ਕੀਤਾ ਹੈ। ਜਾਣੋ ਸਾਰਾ ਦੇਵ ਦੇਹ ਪੌਣਾ ਮਾਨਸ ਦੇਹ। ਕਹਿੰਦੇ ਸਾਰਾ ਤਾਂ ਹੈ ਦੇਵਤਾ ਰੂਹ ਜਿਹੜੀ ਉਹ ਪੂਰੀ ਆ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਿਹੜਾ ਮਨੁੱਖ ਹੈ ਇਹ ਪੌਣਾ ਹੈ, ਭਾਵ ਸਾਡੇ 'ਚ ਕੁਝ ਫਰਕ ਹੈ ਹਜੇ ਵਿਕਾਰਾਂ ਦੇ ਕਰਕੇ ਅਸੀਂ ਪੂਰੇ ਨਹੀਂ ਆ। ਤੇ ਪੂਰਾ ਸਤਿਗੁਰੂ ਕਰੇਗਾ। ਤੇ ਪੂਰਾ ਕੌਣ ਹੈ? ਦੇਵਤਾ ਰੂਹ ਜਿਹੜੀ ਪਰਮੇਸ਼ਰ ਵਿੱਚ ਮਿਲਣ ਦੇ ਕਾਬਲ ਹੋ ਗਈ ਆ। ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪਾਤਸ਼ਾਹ ਕਹਿੰਦੇ ਦੇਵਤਾ ਤਾਂ ਹੈ ਪੂਰਾ ਸਾਰਾ, ਔਰ ਮਨੁੱਖ ਹੈ ਜਿਹੜਾ ਇਹ ਹੈ ਪੌਣਾ। ਦੁਬਦਾ ਦੂਜੇ ਕਰੇ ਗਵਨ ਨਰ ਨਾਰੀ ਲਗ ਹੋਏ ਖੇਹ। ਔਰ ਦੁਬਦਾ ਜਿਹੜੀ ਆ ਇਹ ਦੂਜੀ ਹੈ, ਭਾਵ ਦਵਾਇਤ ਹੈ। ਦੁਬਦਾ ਜਿਹੜੀ ਹੈ ਇਹ ਦਵਾਇਤ ਹੈ, ਦੂਜੀ ਹੈ, ਭਾਵ ਦਵਾਇਤ ਕਰਕੇ ਸਾਡਾ ਕਿਤੇ ਮਨ ਲੱਗਦਾ ਨਹੀਂ। ਗੁਰਦੁਆਰੇ ਜਾਵਾਂ ਕਿ ਨਾ ਜਾਵਾਂ, ਜਾਵਾਂ ਕਿ ਨਾ ਜਾਵਾਂ, ਗੁਰਦੁਆਰੇ ਤਾਂ ਕੰਮ ਬਣਿਆ ਨਹੀਂ, ਫਲਾਣੇ ਮੰਦਿਰ 'ਚ ਜਾ ਆਈਏ। ਸ਼ਾਇਦ ਗੁਰਦੁਆਰੇ ਤਾਂ ਗਏ ਸੀ, ਅਰਦਾਸਾਂ ਕੀਤੀਆਂ ਸੀ, ਉੱਥੇ ਬੱਚਾ ਦਾ ਦਾਤ ਮਿਲੀ ਨਹੀਂ, ਸ਼ਾਇਦ ਮਲੇਰਕੋਟਲਿਓ ਮਿਲ ਜਾਵੇ। ਇਹ ਹੈ ਦੁਬਦਾ, ਇੱਕ ਥਾਂ ਤੇ ਚਿੱਤ ਨਾ ਲਾਉਣਾ। ਇਹ ਆ ਦੂਜਾ, ਦੂਈ ਦਵੈਤ ਦੁਬਦਾ। ਕਹਿੰਦੇ ਇਹ ਪਾਤਸ਼ਾਹ ਲਿਖਦੇ ਹਨ ਇਹ ਆ ਦੂਜਾ। ਔਰ ਨਰ ਨਾਰੀ ਲਗ ਹੋਏ ਖੇ। ਤੇ ਪਾਤਸ਼ਾਹ ਕਹਿੰਦੇ ਦੋਨੋਂ ਭਾਉਣਾ ਦੁਬਦਾ ਦੇ ਵਿੱਚ ਦੋਨੇ ਜਣੇ ਭਟਕਦੇ, ਭਾਵ ਮਨੁੱਖ ਜਾਂ ਇਸਤਰੀ ਜਾਂ ਦੁਬਦਾ ਵਿੱਚ ਪੈ ਜਾਵੇ ਤੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਓਬੇ ਲੋਕ ਭਾਉਂਦਾ ਫਿਰੇ ਕੁਝ ਖਾਦਾ ਖਰਚ ਜਮਾਲ। ਓਬੇ ਲੋਕ ਫਿਰ ਉਹ ਜੀਵ ਦੁਬਦਾ ਕਰਕੇ ਦੋਨਾਂ ਲੋਕਾਂ ਵਿੱਚ ਭਟਕਦਾ ਫਿਰਦਾ। ਕੁਝ ਖਾਦਾ ਖਰਚ ਜਾਂ ਮਾਲ। ਕਹਿੰਦੇ ਜਿਹੜਾ ਕਿਹਦੇ ਕੋਲ ਸੀਗਾ ਕੁਝ ਖਾ ਲਿਆ। ਆਪਾਂ ਸਾਰਾ ਤਾਂ ਮੁਕਾ ਕੇ ਨਾ ਜਾਂਦੇ, ਜਿਹੜੇ ਮਰ ਗਏ ਉਹਨਾਂ ਦੀਆਂ ਪਿੱਛੇ ਪੈਲੀਆਂ ਰਹਿ ਗਈਆਂ, ਜ਼ਮੀਨਾਂ ਰਹਿ ਗਈਆਂ, ਬੈਂਕ ਬੈਲੈਂਸ ਵੀ ਰਹਿ ਗਏ, ਕੁਝ ਉਹਦੇ ਵਿੱਚ ਰਹਿ ਗਿਆ, ਕੁਝ ਉੱਥੇ ਰਹਿ ਗਿਆ, ਕੁਝ ਉੱਥੇ ਰਹਿ ਗਿਆ, ਸਾਰਾ ਤਾਂ ਖਾ ਨਹੀਂ ਸਕੇ ਨਾ। ਤਾਂ ਉਹਦੇ ਇਸ ਸਵਾਲ ਦਾ ਜਵਾਬ ਹੈ ਕੁਝ ਖਾਧਾ। ਇਹ ਮਨੁੱਖ ਨੇ ਇਹ ਦੁਨੀਆ ਵਿੱਚ ਜੀਵਨ ਬਤੀਤ ਕਰਦਿਆਂ ਹੋਇਆ ਕੁਝ ਖਾ ਲਿਆ। ਤੇ ਪ੍ਰਲੇ ਭਈ ਸੋਨਾ ਹੁਆ ਉੱਤਰ ਤੁਮਰਾ ਬਾਲ। ਔਰ ਜਦੋਂ ਪਰਲੋ ਆਈ, ਭਾਵ ਮੌਤ ਆ ਗਈ, ਆਪ ਮਰੇ ਜਗ ਪਰਲੋ। ਜਦੋਂ ਆਪਾਂ ਹੀ ਮਰ ਗਏ ਤਾਂ ਸਮਝੋ ਸਾਰੇ ਮਰ ਗਏ, ਜੇ ਆਪਾਂ ਹੈਗੇ ਆ ਤਾਂ ਦੁਨੀਆ ਹੈਗੀ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਮੌਤ ਆ ਗਈ ਤਾਂ ਇਹ ਆ ਲੰਬਾ ਸੌਣਾ। ਹੇ ਬੱਚੀ ਇਹ ਤੇਰੀ ਗੱਲ ਦਾ ਜਵਾਬ ਹੈ। ਸੋ ਦਾਸੀ ਲੈ ਤਤ ਛਿਨਿਆਏ ਰਾਜ ਸੁਤਾ ਗਹਿ ਪੜ ਹਰ ਖਾਏ। ਔਰ ਉਸੇ ਹੀ ਲੈ ਕੇ ਆਉਣ ਵਾਲੀ ਨੂੰ ਹੀ ਚਿੱਠੀ ਵਾਪਸ ਮੋੜ ਕੇ ਦੇ ਦਿੱਤੀ ਹੈ, ਜਵਾਬ ਲਿਖ ਕੇ ਤੁਰੰਤ। ਤੇ ਲਿਆ ਕਰਕੇ ਉਸ ਨੌਕਰਾਣੀ ਨੇ ਉਹ ਚਿੱਠੀ ਜਿਹੜੀ ਹੈ ਲਿਆ ਕੇ ਉਹਨੂੰ ਦੇ ਨਹੀਂ ਕੀਤੀ ਤੇ ਉਹਨੇ ਪੜ੍ਹਨੀ ਕੀਤੀ। ਰਾਜਕੁਮਾਰੀ ਨੇ ਬੜੀ ਖੁਸ਼ ਹੋਏ ਜੀ। ਦਰਸ਼ਨ ਪਿਆਸ ਪ੍ਰਥਮ ਹੀ ਲਾਗੇ ਉੱਤਰ ਪੜ ਦੁਨੀ ਮਨ ਜਾਗੇ। ਭਾਵੇਂ ਕਿ ਇਹਦੇ ਮਨ ਵਿੱਚ ਦਰਸ਼ਨਾਂ ਦੀ ਇੱਛਾ ਤਾਂ ਪਹਿਲਾਂ ਹੀ ਸੀ, ਪਰ ਜਵਾਬ ਪੜ੍ਹ ਕੇ ਬੜੀ ਖੁਸ਼ ਹੋਈ ਵੀ ਐਸੇ ਸਤਿਗੁਰਾਂ ਦੇ ਤਾਂ ਦਰਸ਼ਨ ਜ਼ਰੂਰ ਕਰਨੇ ਹਨ। ਨਿਜ ਪਿਤ ਸੰਗ ਬੂਝ ਕਰ ਆਏ ਪਹੁੰਚ ਗੁਰੂ ਤਟ ਗਰੀਬ ਨਿਵਾਏ। ਔਰ ਆਪਣੇ ਪਿਤਾ ਦੀ ਆਗਿਆ ਲੈ ਕੇ, ਚੰਬੇ ਦੇ ਰਾਜੇ ਦੀ ਆਗਿਆ ਲੈ ਕੇ, ਪਿਤਾ ਜੀ ਮੈਂ ਦਰਸ਼ਨ ਕਰਨ ਜਾਣਾ ਹੈ ਤੇ ਆਗਿਆ ਲੈ ਕੇ ਦਰਸ਼ਨਾਂ ਲਈ ਆ ਗਏ ਜੀ। हाथ जोर जब बंधन ठान होती कमान प्रभु के पान। ਔਰ ਜਿਸ ਵੇਲੇ ਇਸ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦੋਨੇ ਹੱਥ ਬੰਨ ਕੇ ਨਮਸਕਾਰ ਕੀਤੀ ਆ
ਸਤਿਗੁਰਾਂ ਦੇ ਹੱਥ ਵਿੱਚ ਕਮਾਨ ਫੜੀ ਹੋਈ ਸੀ। राजसुता की पृष्टि धर धर थापी तनोख साथ तिस दे कर। ਔਰ ਸਤਿਗੁਰਾਂ ਨੇ ਉਸ ਕਮਾਨ ਦੀ ਸਿਰੇ ਦੇ ਨਾਲ ਹੀ ਉਸ ਬੱਚੀ ਨੂੰ ਆਸ਼ੀਰਵਾਦ ਦੇਣਾ ਕੀਤਾ ਹੈ ਮੋਢੇ ਤੋਂ। और राब मैली नु उठाए हित भोजन तिन गिरा अलाए। ਔਰ ਫਿਰ ਤਨੁੱਖ ਨੂੰ ਵਾਪਸ ਮੋੜ ਲਿਆ ਹੈ ਉਸ ਨੂੰ ਆਸ਼ੀਰਵਾਦ ਦੇ ਕੇ। ਤਾਂ ਗੁਰੂ ਪਿਆਰਿਓ ਲੜਕੀ ਨੇ ਪੁੱਛਣਾ ਕੀਤਾ मम पृष्टि पर अपने हाथ क्यों ना धरियो अबे गुरुनाथ। ਉਹ ਬੱਚੀ ਕਹਿੰਦੀ ਕੀ ਗੱਲ ਮਹਾਰਾਜ ਹੱਥ ਨਾਲ ਕਿਉਂ ਨਹੀਂ ਆਸ਼ੀਰਵਾਦ ਦਿੱਤਾ ਤੁਸੀਂ ਮੈਨੂੰ ਕਮਾਨ ਦੇ ਨਾਲ ਕਿਉਂ ਦੇਣਾ ਕੀਤਾ ਹੈ। आदिक भावना तुम में मेरी जानो क्यों ना अपनी चेरी। ਕੀ ਗੱਲ ਮੈਨੂੰ ਆਪਣੀ ਸੇਵਕਾ ਨਹੀਂ ਜਾਣਦੇ ਆਪਣੀ ਸਿੱਖ ਨਹੀਂ ਜਾਣਦੇ ਮਹਾਰਾਜ मैं तो बड़ी भावना लेके आई सी। तब सतगुर सब हित सुनायो प्रथम तुर करनी को तन पायो। बाबा जी कहने बेटा तू पहला तुर्कां दे घर जम्मी सी तू पहला मुसलमानी से। बेगम भई नुरंगे केरी दे पावन होती बडेरे। और औरंगजेब दी बेगम हुंदी सी तू पहला इस करके जमुना घाट जहाँ बिसराता तहाँ परब दिन भई सनाता। जमुना नदी ਦਾ ਇੱਕ ਘਾਟ ਹੈ ਮਥੁਰਾ ਦੇ ਵਿੱਚ ਜਿੱਥੇ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਸੀ। सो तज दे हिंद तन पायो परब स्नान ताहि फल पायो। ਕਹਿਣ ਲੱਗੇ ਉੱਥੇ ਤਿਉਹਾਰ ਵਾਲੇ ਦਿਨ ਤੂੰ ਇਸ਼ਨਾਨ ਕੀਤਾ ਸੀ ਤੇ ਇਸ਼ਨਾਨ ਕਰਦਿਆਂ ਹੋਇਆ ਤੇਰਾ ਸਰੀਰ ਉੱਥੇ ਛੁੱਟ ਗਿਆ ਸੀਗਾ। ਸਰੀਰ ਛੁੱਟਣ ਤੋਂ ਬਾਅਦ ਤੈਨੂੰ ਅਗਲਾ ਜਨਮ ਮਿਲਿਆ ਹੈ। ਅਬਲੋ ਸੁਧ ਨਹੀਂ ਤੂੰ ਹੋਏ ਹੁਤੇ ਤੁਰ ਕਰਨੀ ਸਮਝੀ ਹੋਏ। ਕਿਉਂਕਿ ਤੂੰ ਹਜੇ ਵੀ ਸ਼ੁੱਧ ਨਹੀਂ ਹੋਈ ਹੈ ਪੂਰੀ। ਤੁਰਕਾਂ ਦੇ ਸਰੀਰ ਵਿੱਚੋਂ ਤੁਰਕਾਂ ਦੇ ਜਨਮ ਤੋਂ ਲੈ ਕੇ ਅਗਲਾ ਜਨਮ ਤੇਰਾ ਹੋਇਆ ਹੈ। ਯਾਤੇ ਹਮ ਅਬ ਹੱਥ ਨ ਛੁਆਇਓ ਤਨੁਕ ਆਪਨੋ ਤੁਮ ਤਨ ਲਾਇਓ। ਇਸ ਕਰਕੇ ਅਸੀਂ ਤੈਨੂੰ ਹੱਥ ਨਾਲ ਆਸ਼ੀਰਵਾਦ ਨਹੀਂ ਦਿੱਤਾ ਤੁਨਖ ਨਾਲ ਦੇਣਾ ਕੀਤਾ ਹੈ ਜੀ। ਹਮੇ ਕਰੀ ਭਾਵਨਾ ਜੋਏ ਇਸ ਕੋ ਫਲ ਹੈ ਸੁਨੀਏ ਸੋਏ। ਹਾਂ ਜਿਹੜਾ ਤੂੰ ਸਾਡੇ ਨਾਲ ਭਾਵਨਾ ਦੇ ਨਾਲ ਆਈ ਹੈ ਪ੍ਰੇਮ ਦੇ ਨਾਲ ਆਈ ਹੈ ਗੁਰੂ ਜਾਣ ਕੇ ਸੇਵਕਾ ਬਣ ਕੇ ਆਈ ਹੈ ਇਹਦਾ ਫਲ ਵੀ ਤੈਨੂੰ ਦੇਵਾਂਗੇ। ਜੰਗਲ ਦੇਸ਼ ਦਮ ਦਾ ਥਾਨ ਤੈ ਡੱਲਾ ਬੈਰਾੜ ਮਹਾਨ। ਔਰ ਜੰਗਲ ਦੇ ਇਲਾਕੇ ਵਿੱਚ ਸਾਡਾ ਬਠਿੰਡਾ ਜਾਂ ਆ ਮਾਲਵਾ ਜਿਹੜਾ ਇਹਨੂੰ ਪਹਿਲਾਂ ਜੰਗਲ ਦਾ ਇਲਾਕਾ ਕਹਿੰਦੇ ਸੀਗੇ। ਇਹਨੂੰ ਸਭ ਤੋਂ ਪਹਿਲਾਂ ਮਾਲਵਾ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਿਲਾ ਸਾਹਿਬ 'ਚ ਕਿਹਾ ਸੀ ਕੋ ਸਤਿਗੁਰੂ ਜਦੋਂ ਇੱਥੋਂ ਦਿਓ ਨੂੰ ਕੱਢਿਆ ਸੀਗਾ। ਪੁੱਛਿਆ ਅਸੀਂ ਤੂੰ ਇੱਥੇ ਕਿਵੇਂ ਆ? ਕਹਿੰਦਾ ਜੀ ਮੈਂ ਤਾਂ ਬਹੁਤ ਚਿਰ ਤੋਂ ਇੱਥੇ ਰਹਿਣਾ। ਕਦੋਂ ਕਦਾ? ਕਹਿੰਦਾ ਜਦੋਂ ਤੁਸੀਂ ਸਾਨੂੰ ਗੋਇੰਦਵਾਲ ਸਾਹਿਬ ਚੋਂ ਕੱਢਿਆ ਉਦੋਂ ਦੇ। ਤੀਜੇ ਪਾਤਸ਼ਾਹ ਅਮਰਦਾਸ ਜੀ ਨੇ ਸਾਨੂੰ ਉੱਥੋਂ ਕੱਢਿਆ ਸੀ ਗੋਇੰਦਵਾਲ ਵਸਾਉਣ ਵੇਲੇ। ਫਿਰ ਅਸੀਂ ਉੱਥੋਂ ਭਟਕਦੇ ਹੋਏ ਇੱਥੇ ਆ ਕੇ ਵਸ ਗਏ। ਕਿਲਾ ਉਜਾੜ ਪਿਆ ਸੀ ਇੱਥੇ ਰਹਿਣ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਤੂੰ ਇੱਥੋਂ ਚਲਿਆ ਜਾ ਕਿਉਂਕਿ ਸਾਡਾ ਮਾਲਵਾ ਹੈ ਅਸੀਂ ਇਹਨੂੰ ਮਾਲੋ ਮਾਲ ਕਰਨਾ। ਮਾਲਵੇ ਦਾ ਅਰਥ ਹੈ ਮਾਲੋ ਮਾਲ। ਅਸੀਂ ਇਸ ਨੂੰ ਮਾਲੋ ਮਾਲ ਕਰਨਾ ਤੂੰ ਇੱਥੋਂ ਚਲਿਆ ਜਾ। ਉਸ ਤੋਂ ਪਹਿਲਾਂ ਇਸ ਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਜੰਗਲ ਦੇ ਵਿੱਚ ਇੱਕ ਦਮਦਮਾ ਥਾਨ ਹੈ ਉੱਥੋਂ ਦਾ ਡੱਲਾ ਜਿਹੜਾ ਹੈ ਬਰਾੜ चौधरी है। तन तजे थोर दिन माही तिसी देश में जन्म जाही। तू ओथे जाके जन्म लवेगी दम लवे दे विच। सिख हमारो डल्ला नाए तिसको बने कबला जाए। कबीला कबीला कहने आ इस्त्री। कबीला हुंदा ना कई लोग कबीला शब्द वरते असी परिवार वरतदे आ। कोई सतनाम कहन लगे तू उस इलाके जन्म लवेगी फिर उस डल्ले दे कबीले विच जावेंगी इस्त्री बन के। सिख सिख नीत है समुदाय सेवा कर है तू चित लाए। तू ओथे फिर जन्म लैके साडे सिखां दी ਜਿਹੜਾ ਹੈ ਸਿੱਖਣੀਆਂ ਦੀ ਚਿੱਤ ਲਾ ਕੇ ਜਦੋਂ ਸੇਵਾ ਕਰਾਂਗੀ ਤਬ ਤੇਰੋ ਹਮ ਕਰੇ ਉਧਾਰ ਦਰਸ਼ਨ ਦੇ ਆਏ ਤੁਮ ਦਵਾਰ। ਅਸੀਂ ਫਿਰ ਤੈਨੂੰ ਉੱਥੇ ਆ ਕੇ ਦਰਸ਼ਨ ਦੇਵਾਂਗੇ ਤੇਰੇ ਦਰ ਤੇ ਆ ਕੇ। ਹਿਮ ਬਖਸ਼ੀਸ਼ ਕਰੇ ਗੁਰ ਜਬੈ ਬਿਸਮੇ ਭਈ ਬਾਹਰ ਸੁਨ ਤਬੈ। ਤੋ ਗੁਰੂ ਪਿਆਰਿਓ ਇਹ ਲੜਕੀ ਇਹ ਸਾਰੀ ਗੱਲ ਸੁਣ ਕਰਕੇ ਬੜੀ ਹੈਰਾਨ ਹੋਈ। ਦੱਸਦੇ ਹਨ ਭਾਈ ਵੀਰ ਸਿੰਘ ਜੀ ਨੇ ਇਹ ਸਾਰੀ ਕਥਾ ਦੀ ਨਾ ਦੁਬਾਰਾ ਇਸ ਨੂੰ ਪੜ੍ਹਿਆ ਵਿਚਾਰਿਆ ਤੇ ਜੋ ਗੱਲਾਂ ਸਨ ਕੁਝ ਕੱਟਣ ਵਾਲੀਆਂ ਉਹਨਾਂ ਨੂੰ ਵੀ ਸੈੱਟ ਕੀਤਾ ਜੋ ਲਿਖਣ ਵਾਲੀਆਂ ਸੀ ਉਹ ਵੀ ਲਿਖੀਆਂ। ਤੇ ਭਾਈ ਵੀਰ ਸਿੰਘ ਜੀ ਲਿਖਦੇ ਹਨ
ਕਹਿੰਦੇ ਗੁਰੂ ਜੀ ਰਵਾਲਸਰ ਦੇ ਮੇਲੇ ਚੋਂ 1758 ਵਿੱਚ ਗਏ ਸਨ ਤੇ 1762 ਦੇ ਕੱਤਕ ਵਿੱਚ ਪਹੁੰਚੇ ਸਨ ਤੇ 4 ਸਾਲਾਂ ਵਿੱਚ ਇਹ ਬੀਬੀ ਚਮਿਆਲੀ ਮਰ ਵੀ ਗਈ ਸੀ ਉਹਨਾਂ ਦਿਨਾਂ ਵਿੱਚ ਹੀ 4 ਸਾਲਾਂ ਬਾਅਦ। ਫਿਰ ਮਾਲਵੇ ਚ ਆ ਕੇ ਕਹਿੰਦੇ ਇਸ ਦਾ ਜਨਮ ਵੀ ਹੋਇਆ, ਵਰ ਦੀ ਪ੍ਰਾਪਤੀ ਵੀ, ਉਮਰ ਵੀ ਪਹੁੰਚ ਗਈ। ਫਿਰ ਡੱਲੇ ਦੇ ਨਾਲ ਵਿਆਹੀ ਗਈ, ਉਹਦਾ ਕਬੀਲਾ ਬਣਿਆ। ਫਿਰ ਗੁਰੂ ਜੀ ਦੀ ਸੇਵਾ ਵੀ ਕੀਤੀ ਡੱਲੇ ਦੇ ਪਰਿਵਾਰ ਨੇ ਰਲ ਮਿਲ ਕੇ ਸਭ ਨੇ। ਇਹਨਾਂ 4 ਵਰ੍ਹਿਆਂ ਵਿੱਚ 16 ਵਰ੍ਹਿਆਂ ਦਾ ਜਿਹੜਾ ਹੈ ਗੁਰੂ ਪਿਆਰਿਓ ਸਮਾਂ ਸੀ। ਤੇ ਇਹ ਗੱਲ ਸਮਝਣ ਵਾਲੀ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਦਿੱਤਾ ਔਰ ਉਸ ਇਸਤਰੀ ਦਾ ਉਧਾਰ ਕੀਤਾ ਜੇ। ਬਾਰ ਬਾਰ ਬੰਧਨ ਕੋ ਕਰੈ, ਲੱਖ ਤ੍ਰਿਲੋਕ ਪਤ ਸ਼ਰਧਾ ਧਰੈ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਬਖਸ਼ਿਸ਼ ਲੈ ਕੇ ਉਹ ਬੱਚੀ ਨੇ ਹੈਰਾਨ ਵੀ ਹੋਣਾ ਕੀਤਾ ਤੇ ਵਾਰ-ਵਾਰ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਕੀਤੇ ਹੈ। ਕੇਤਕ ਕਾਲ ਦਰਸ਼ਨ ਕੋ ਪਾਏ, ਗਈ ਹਿਰਦੇ ਗੁਰੂ ਰੂਪ ਬਸਾਏ। ਔਰ ਕਿੰਨਾ ਸਮਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਰਹੀ। ਫਿਰ ਸੁੰਦਰ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਚਲੀ ਗਏ ਜੇ। ਭਰਤ ਨੇਮ ਸੰਜਮ ਮੈਂ ਰਹੇ, ਆਪਣੋ ਵਿਆਹ ਕਰਾਇਓ ਨਹੀਂ। ਔਰ ਕਹਿੰਦੀ ਉਸ ਬੱਚੀ ਨੇ ਫਿਰ ਕਹਿੰਦੇ ਵਰਤ ਰੱਖ ਲਿਆ, ਭਾ ਵਿਆਹ ਨਹੀਂ ਕਰਾਉਣਾ, ਪਤੀ ਵਰਤਾ ਆਪਣਾ ਬ੍ਰਹਮਚਰੀਆ ਰਹੀ, ਵਿਆਹ ਨਾ ਕਰਵਾਇਆ। ਗੁਰ ਗੁਰ ਸਿਮਰਤ ਕੇਤਕ ਦਿਨ ਮੈਂ, ਤਨ ਕੋ ਤਿਆਗ ਮਰੀ ਤਤ ਸਿਨ ਮੈਂ। ਇਹੋ ਗੁਰੂ ਗੁਰੂ ਜਪਦੀ ਕੋ ਸਮਾਂ ਬਤੀਤ ਕੀਤਾ ਤੇ ਇਹਦਾ ਸਰੀਰ ਛੁੱਟ ਗਿਆ ਹੈ ਜੀ। ਦੇਸ ਮਾਲਵੇ ਜਨਮੀ ਜਾਏ, ਡੱਲੇ ਸੰਗ ਵਿਆਹ ਕਰਵਾਏ। ਵਾਕਈ ਉਹ ਰੂਹ ਜਿਹੜੀ ਅੱਗੇ ਆ ਕੇ ਭਾਈ ਡੱਲੇ ਦੀ ਪਤਨੀ ਬਣੀ ਹੈ। ਗੁਰ ਜੋ ਕਹਿਓ ਸਕਲ ਹੀ ਪਿਓ, ਪ੍ਰਭ ਜੀ ਸਿਵਰ ਤਾਹੀ ਕਿਓ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਬਚਨ ਉਸ ਬੱਚੀ ਨੂੰ ਦੱਸਿਆ ਉਹ ਪੂਰਾ ਹੋਇਆ। ਤੇ ਖੈਰ ਪਾਤਸ਼ਾਹ ਜੀ ਰਵਾਲਸਰ ਹੀ ਅੱਜ ਸ਼ਿਵਰ ਕੀਤਾ, ਭਾਵ ਇੱਥੇ ਹੀ ਰੁਕਣਾ ਕੀਤਾ ਹੈ। ਪਰਬਤ ਬਾਸੀ ਜੀ ਨਰ ਨਾਰੇ, ਦਰਸ਼ਨ ਕਰੇ ਭਾਵਨਾ ਧਾਰੇ। ਔਰ ਜਿਹੜੇ ਪਹਾੜੀਏ ਸਨ, ਪਰਬਤ ਵਾਸੀ ਸਨ, ਉਹ ਵੀ ਆ ਕੇ ਸਤਿਗੁਰਾਂ ਦੇ ਦਰਸ਼ਨ ਭਾਵਨਾ ਨਾਲ ਕਰਨ ਲੱਗੇ ਜੀ। ਦੋਹਰਾ ਸਕਲ ਸੈਲ ਪਤ ਮੇਲ ਕਰ, ਤੀਰਥ ਮੇਲੇ ਮਾਹੇ। ਇਸ ਰਵਾਲਸਰ ਦੇ ਮੇਲੇ ਤੇ ਸਾਰੇ ਹੀ ਪਹਾੜੀਆਂ ਨੇ ਦਰਸ਼ਨ ਕੀਤੇ ਹਨ। ਦਾਨ ਮਹਾਨ ਇਸ਼ਨਾਨ ਤਨ, ਬਹੁਤ ਠਾਨ ਚਿਤ ਲਾਹੇ। ਔਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸਾਰੀ ਮਾਇਆ ਵੀ ਵਰਤਾਈ ਹੈ ਤੇ ਬਹੁਤ ਸਾਰੇ ਲੋਕਾਂ ਨੇ ਮੇਲਾ ਜਾਣ ਕੇ, ਪੁਰਬ ਜਾਣ ਕੇ ਇੱਥੇ ਇਸ਼ਨਾਨ ਵੀ ਕੀਤੇ ਹਨ। ਕੰਚਨ ਜੀਨ ਤੁਰੰਗ ਸ਼ਿੰਗਾਰੇ, ਕਿਨੋ ਮਤੰਗ ਦਿਓ ਮੁੱਲ ਭਾਰੇ। ਕਹਿਣ ਲੱਗੇ ਇੱਥੇ ਕਿਸੇ ਨੇ ਸੋਨੇ ਦੀਆਂ ਕਾਠੀਆਂ ਵਾਲੇ ਸ਼ਿੰਗਾਰੇ ਹੋਏ ਘੋੜੇ ਭੇਟ ਕੀਤੇ, ਕਿਸੇ ਨੇ ਕੀਮਤੀ ਹਾਥੀ ਦਿੱਤੇ ਜੀ। ਵਸਤਰ ਸ਼ਾਸਤਰ ਅਰ ਦਰਬ ਵਿਸਾਲਾ, ਨਿਰਪਣ ਦਾਨ ਦੇ ਬਹੁਤ ਇਸ ਕਾਲਾ। ਔਰ ਬਹੁਤ ਸਾਰੇ ਵਸਤਰ ਸ਼ਾਸਤਰ ਤੇ ਮਾਇਆ ਸਤਿਗੁਰਾਂ ਨੇ ਵੀ ਰਾਜਿਆਂ ਨੂੰ ਦੇਣੇ ਕੀਤੇ ਹੈ। ਕਰ ਕਰ ਮੇਲਾ ਬਾਸੁਰਤੀਨਾ, ਮੁਦਤ ਪਏ ਨਰ ਨਰ ਪੀਨਾ। 3 ਦਿਨ ਰਵਾਲਸਰ ਦਾ ਮੇਲਾ ਚੱਲਿਆ ਤੇ ਸਾਰੇ ਬੜੇ ਖੁਸ਼ ਹੋਏ ਦਰਸ਼ਨ ਕਰਕੇ, ਤੀਰਥ ਕਰਕੇ। ਰੁਖਸ਼ਦ ਹੇਤ ਗੁਰੂ ਡਿਗ ਆਏ, ਸਭ ਕੋ ਸਿਰੋਂ ਪਾ ਪਹਿਰਾਏ। ਔਰ ਸਤਿਗੁਰਾਂ ਦੇ ਕੋਲੋਂ ਹੁਣ ਜਾਣ ਲਈ ਆਗਿਆ ਮੰਗਣ ਲੱਗੇ। ਸਤਿਗੁਰਾਂ ਨੇ ਸਰੋਪੇ ਦੇ ਕੇ ਵਿਦਾ ਕੀਤੇ ਜੀ। ਕਰ ਕਰ ਨਮੋ ਨਿਕੇਤ ਸਿਦਾਰੇ, ਮਗ ਮੈਂ ਗੁਰ ਕੋ ਸੋ ਜਸ ਉਚਾਰੇ। ਇਹੋ ਸਾਰੇ ਪਹਾੜੀ ਰਾਜੇ ਦਰਸ਼ਨ ਕਰਕੇ, ਨਮਸਕਾਰਾਂ ਕਰਕੇ, ਸਿਰੋਂ ਪਾਉ ਲੈ ਕੇ, ਬਖਸ਼ਾ ਲੈ ਕੇ ਆਪਣੇ ਇਲਾਕਿਆਂ ਨੂੰ ਚਲੇ ਗਏ। ਔਰ ਰਸਤੇ ਵਿੱਚ ਗੁਰੂ ਜੀ ਦੀਆਂ ਗੱਲਾਂ ਕਰਦੇ ਜਾ ਰਹੇ ਹਨ। ਨਿਜ ਨਿਜ ਨਗਰ ਪਹੁੰਚੇ ਜਾਏ, ਪੂਰੀ ਕਾਮਨਾ ਪਿਕ ਸੁਖਦਾਈ। ਔਰ ਆਪੋ ਆਪਣੇ ਇਲਾਕਿਆਂ ਨੂੰ ਚਲੇ ਗਏ, ਸਭ ਦੀਆਂ ਕਾਮਨਾ ਪੂਰੀਆਂ ਹੋਈਆਂ। ਗੁਰੂ ਸਾਹਿਬ ਨੇ ਹੋਰ ਕੀ ਕੀਤਾ ਇਸ ਜਗ੍ਹਾ ਦੇ ਉੱਤੇ, ਇਹ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व मैं दुख पंचन गुणतास। हे संगी हे निरंकार हे निर्गुण सब टेक। हे गोबिंद हे गुण निधान जाके सदा विवेक। हे अपरंपर हर हरे है पी हो बनहार।
हे संतह कै सदा संग हे तारा आधार हे ठाकुर हो दासरो मैं निर्गुण गुण नहीं कोई नानक दीजै नाम दान राखो ही परोए आए प्रभ शरणागति कृपा निध दयाल एक अखर हर मन बसत नानक होत निहाल एक ओंकार सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह।